ਇਹ ਨਰਮ ਅਤੇ ਚਿਪਚਿਪਾ ਚਿੱਟਾ ਝੱਗ ਸਭ ਤੋਂ ਮਹਿੰਗੇ ਗੱਦਿਆਂ ਵਿੱਚੋਂ ਇੱਕ ਦਾ ਮੂਲ ਬਣਨ ਵਾਲਾ ਹੈ ਜੋ ਤੁਸੀਂ ਖਰੀਦ ਸਕਦੇ ਹੋ। ਇਹ ਗੁਆਟੇਮਾਲਾ ਵਿੱਚ ਰਬੜ ਦੇ ਰੁੱਖਾਂ ਤੋਂ ਹੱਥਾਂ ਨਾਲ ਕਟਾਈ ਕੀਤੇ ਕੁਦਰਤੀ ਲੈਟੇਕਸ ਤੋਂ ਬਣਾਇਆ ਗਿਆ ਹੈ। ਮੈਮੋਰੀ ਫੋਮ ਦੇ ਉਲਟ, ਕੁਦਰਤੀ ਲੈਟੇਕਸ ਕੋਰ ਹਾਈਪੋਲੇਰਜੈਨਿਕ, ਬਾਇਓਡੀਗ੍ਰੇਡੇਬਲ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਹੁੰਦੇ ਹਨ। ਪਰ ਤੁਹਾਨੂੰ ਇਹ ਵਿਸ਼ੇਸ਼ਤਾਵਾਂ ਪ੍ਰਾਪਤ ਕਰਨ ਲਈ ਉੱਚ ਕੀਮਤ ਅਦਾ ਕਰਨੀ ਪਵੇਗੀ। ਇਹਨਾਂ ਕੁਦਰਤੀ ਲੈਟੇਕਸ ਨਾਲ ਬਣੇ ਇੱਕ ਕਿੰਗ ਸਾਈਜ਼ ਗੱਦੇ ਦੀ ਕੀਮਤ $2,600 ਹੋ ਸਕਦੀ ਹੈ। ਉਸੇ ਆਕਾਰ ਦੇ ਮੈਮੋਰੀ ਫੋਮ ਗੱਦੇ ਦੀ ਕੀਮਤ ਅੱਧੇ ਤੋਂ ਵੀ ਘੱਟ ਹੈ। ਤਾਂ ਰੁੱਖ ਦਾ ਰਸ ਇੱਕ ਬਿਸਤਰਾ ਕਿਵੇਂ ਬਣ ਜਾਂਦਾ ਹੈ ਅਤੇ ਇਹ ਗੱਦੇ ਇੰਨੇ ਮਹਿੰਗੇ ਕਿਉਂ ਬਣਦੇ ਹਨ? ਉਹ ਸੁਚੀਟਿਪਿਕਸ ਗੁਆਟੇਮਾਲਾ ਵਿੱਚ ਸਵੇਰੇ 3 ਵਜੇ ਉੱਠਦਾ ਹੈ। ਜਦੋਂ ਰਬੜ ਦੇ ਰੁੱਖਾਂ ਦੀ ਟੇਪਿੰਗ ਸ਼ੁਰੂ ਹੁੰਦੀ ਹੈ, ਦੇਸ਼ ਦੇ ਜ਼ਿਆਦਾਤਰ ਲੋਕ ਸੁੱਤੇ ਹੁੰਦੇ ਹਨ ਅਤੇ ਡੋਰੋਟੀਓ ਬਲੈਂਕੋ ਵਰਗੇ ਲੇਟੈਕਸ ਟ੍ਰੀ ਟੈਪਰ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹਨ। Bueno, eso es para aprovechar la humedad de la mañana. Es que el árbol entre más húmedo, pues brota más el látex, y ya que picar muy hora del calor, entonces lo que hace es resecarse y no produce, al contrario, se coagula y ya no brota. ਗੁਆਟੇਲਿੰਡਾ ਪਲਾਂਟੇਸ਼ਨ ਵਿੱਚ 1 ਮਿਲੀਅਨ ਤੋਂ ਵੱਧ ਰਬੜ ਦੇ ਦਰੱਖਤ ਹਨ ਜਿੱਥੇ ਡੋਰੋਟੀਓ ਕੰਮ ਕਰਦਾ ਹੈ। ਅਗਲੇ 4 ਘੰਟਿਆਂ ਵਿੱਚ ਉਹ ਲਗਭਗ 700 ਰੁੱਖਾਂ ਵਿੱਚੋਂ ਲੈਟੇਕਸ ਰਸ ਕੱਢੇਗਾ। Sí, tiene un olor agradable cuando está recién salido del árbol. Las herramientas que cargo acá para elaborar, principalmente lo que es la cuchilla que utilizamos para trabajar y un desinfectante, sí, que cargamos acá para desinfectar la cuchilla. Si acaso el árbol está enfermo, se desinfecta para no contagiar al otro árbol. Y con este ganchito que tenemos acá es el que utilizamos para marcar la línea y no abusar del consumo establecido, porque recordemos que en este año comemos acá y el próximo año, después de acá, volvemos a comer enseguida de esto. ਡੋਰੋਟੀਓ ਇਸ ਰੁੱਖ ਦੀ ਸੱਕ ਵਿੱਚ ਇੱਕ ਸਾਵਧਾਨੀਪੂਰਵਕ ਕੱਟ ਲਾਉਂਦਾ ਹੈ ਜਿਸ ਨਾਲ ਰਸ ਬਾਹਰ ਨਿਕਲਦਾ ਹੈ। ਉਸ ਦੀ ਤਕਨੀਕ ਅਵਿਸ਼ਵਾਸਯੋਗ ਤੌਰ ਤੇ ਸਟੀਕ ਹੈ, ਜਿਸ ਦਾ ਉਸਨੇ 20 ਸਾਲਾਂ ਤੋਂ ਕੰਮ ਤੇ ਸਨਮਾਨ ਕੀਤਾ ਹੈ। Porque si nos metemos mal, lo que tiende es a chuparse o a encogerse el árbol, entonces se hace una grieta ahí y se daña el árbol, se hacen unos nudos y ya no se puede cortar en los años siguientes, ya nos perjudicaría después. Entonces la profundidad donde tenemos que manejar y trabajar es a 2 milímetros. ਫਿਰ ਉਹ ਉਡੀਕ ਕਰਦਾ ਹੈ। 11:30, mediodía, entonces tenemos un lapso aquí que es así como de 4 o 5 horas de goteo y el árbol suelta lo que tiene y logramos recoger hasta litro o litro y medio por árbol. ਪਰ ਇਹ ਨਿਰਣਾ ਕਰਨਾ ਕਿ ਇਹ ਬ੍ਰੇਕ ਕਿੰਨਾ ਲੰਮਾ ਹੋਣਾ ਚਾਹੀਦਾ ਹੈ ਇੱਕ ਸੰਤੁਲਨ ਵਾਲਾ ਕੰਮ ਹੈ। ਜੇਕਰ ਉਹ ਤਰਲ ਲੇਟੈਕਸ ਨੂੰ ਬਹੁਤ ਦੇਰ ਨਾਲ ਇਕੱਠਾ ਕਰਦਾ ਹੈ ਤਾਂ ਇਹ ਘੱਟ ਕੀਮਤੀ ਟੁਕੜਾ ਰਬੜ ਵਿੱਚ ਜਮ੍ਹਾਂ ਹੋ ਸਕਦਾ ਹੈ। ਇੱਕ ਸਮੱਗਰੀ ਜਿਵੇਂ ਕਿ ਕਾਰ ਦੇ ਟਾਇਰਾਂ ਲਈ ਚੰਗੀ ਪਰ ਗੱਦਿਆਂ ਲਈ ਬੇਕਾਰ ਹੈ। ਗਰਮੀਆਂ ਦੇ ਸੀਜ਼ਨ ਦੌਰਾਨ ਔਸਤਨ 140 ਲੀਟਰ ਕੁਦਰਤੀ ਲੈਟੇਕਸ ਹੌਲੀ ਹਰ ਸਵੇਰ ਡੋਰੋਟੀਓ ਦੀਆਂ ਬਾਲਟੀਆਂ ਵਿੱਚ ਦਾਖਲ ਹੁੰਦਾ ਹੈ। ਸਰਦੀਆਂ ਵਿੱਚ ਡਬਲ ਬਣ ਜਾਂਦੇ ਹਨ। Se están picando entre 600 a 700 árboles. Se cortan un aproximado de 3 árboles por minuto. Depende de la velocidad del trabajador. Hasta uno llegamos a cortar 4. Con el hecho de cortar un árbol no quiere decir que ya puedo picar. O sea, tengo que conocer todo lo que es el árbol para yo ser un picador. Porque yo puedo venir y corto el árbol, pero no sé qué estoy haciendo. Entonces, para uno meterse bien a lo que es el árbol, uno tiene que darle corazón y centrarse. Y como un mes me llevé para ir aprendiendo. Y de hecho, aún sigo aprendiendo porque en la vida uno todavía sigue uno aprendiendo. Pues. ਹਰ ਬੂੰਦ ਜੋ ਟੈਪਰ ਇਕੱਠੀ ਕਰਦੇ ਹਨ ਫਿਰ ਸਿੱਧੇ ਨੇੜੇ ਦੀ ਪ੍ਰੋਸੈਸਿੰਗ ਪਲਾਂਟ ਵਿੱਚ ਜਾਂਦੀ ਹੈ। ਫੈਕਟਰੀ ਦੇ ਕਾਮੇ ਸਵੇਰ ਦੀ ਢੁਆਈ ਨੂੰ ਟੈਂਕੀ ਵਿੱਚ ਇਕੱਠੇ ਕਰਦੇ ਹਨ। ਰਬੜ ਨੂੰ ਪਾਣੀ ਤੋਂ ਵੱਖ ਕਰਨ ਲਈ ਉਹ ਇਸ ਨੂੰ ਸੈਂਟਰੀਫਿਊਜ ਵਿੱਚ ਪ੍ਰੋਸੈਸ ਕਰਨ ਤੋਂ ਪਹਿਲਾਂ 12 ਘੰਟਿਆਂ ਲਈ ਬੈਠਣ ਦਿੰਦੇ ਹਨ।
ਫਿਰ ਉਹ ਇਸ ਲੈਟੇਕਸ ਘੋਲ ਦੇ ਸਥਿਰ ਹੋਣ ਲਈ ਹੋਰ 45 ਦਿਨਾਂ ਦੀ ਉਡੀਕ ਕਰਦੇ ਹਨ। ਇਹ ਡਨਲੌਪ ਪ੍ਰਕਿਰਿਆ ਨਾਮਕ ਵਿਧੀ ਰਾਹੀਂ ਫੋਮ ਵਿੱਚ ਬਦਲ ਜਾਵੇਗਾ। ਇਹ ਤਰਲ ਲੈਟੇਕਸ ਨੂੰ ਫੋਮ ਵਿੱਚ ਬਦਲਣ ਲਈ 19ਵੀਂ ਸਦੀ ਦੀ ਪ੍ਰਕਿਰਿਆ ਤੇ ਆਧਾਰਿਤ ਹੈ ਅਤੇ ਇਹ ਸਭ ਤੋਂ ਊਰਜਾ ਕੁਸ਼ਲ ਢੰਗ ਹੈ। ਇਸ ਵਿੱਚ ਪਹਿਲਾਂ ਤਰਲ ਲੈਟੇਕਸ ਨੂੰ ਸਟੈਬੀਲਾਈਜ਼ਰਾਂ ਦੇ ਸੁਮੇਲ ਨਾਲ ਮਿਲਾਉਣਾ ਸ਼ਾਮਲ ਹੁੰਦਾ ਹੈ। ਗੱਦਾ ਕਿਵੇਂ ਬਣਾਇਆ ਜਾਂਦਾ ਹੈ? ਇਸ ਮਿਸ਼ਰਣ ਨੂੰ ਫਿਰ ਇਸ ਮਸ਼ੀਨ ਵਿੱਚ ਫੋਮ ਵਿੱਚ ਕੋਰੜੇ ਮਾਰਿਆ ਜਾਂਦਾ ਹੈ ਜਦੋਂ ਤੱਕ ਇਹ ਤਰਜੀਹੀ ਘਣਤਾ ਨਹੀਂ ਹੁੰਦਾ। ਫਿਰ ਕਰਮਚਾਰੀ ਇੱਕ ਜੈਲਿੰਗ ਏਜੰਟ ਜੋੜਦੇ ਹਨ ਅਤੇ ਲੈਟੇਕਸ ਨੂੰ ਕਠੋਰ ਜਾਂ ਵੁਲਕੇਨਾਈਜ਼ ਕਰਨ ਲਈ ਰੇਡੀਓ ਤਰੰਗਾਂ ਨਾਲ ਫੋਮ ਨੂੰ ਗਰਮ ਕਰਦੇ ਹਨ। ਹਰ ਹਫ਼ਤੇ ਲਗਭਗ 40 ਟਨ ਤਰਲ ਲੇਟੈਕਸ ਫੋਮ ਪ੍ਰੋਸੈਸਿੰਗ ਸਹੂਲਤ ਤੋਂ ਗੱਦੇ ਕੋਰ ਫੈਕਟਰੀ ਵਿੱਚ ਚਲੀ ਜਾਂਦੀ ਹੈ। ਉਹਨਾਂ ਨੂੰ ਇੱਕ 30 ਕਿਲੋ ਗੱਦੇ ਬਣਾਉਣ ਲਈ ਲਗਭਗ 50 ਕਿਲੋ ਤਰਲ ਲੈਟੇਕਸ ਦੀ ਲੋੜ ਹੁੰਦੀ ਹੈ। ਇੱਕ ਵਾਰ ਜਦੋਂ ਕੋਰ ਸੈੱਟ ਹੋ ਜਾਂਦੀ ਹੈ, ਕਰਮਚਾਰੀ ਪੈਕਿੰਗ ਲਈ ਗੱਦੇ ਦੇ ਕੋਰਾਂ ਨੂੰ ਧੋਦੇ, ਸੁੱਕਦੇ ਅਤੇ ਸਕੁਐਸ਼ ਕਰਦੇ ਹਨ। ਇਹ ਫੈਕਟਰੀ ਹਰ ਹਫ਼ਤੇ ਲਗਭਗ 600 ਗੱਦੇ ਪੈਦਾ ਕਰਦੀ ਹੈ। ਇਹਨਾਂ ਖਾਸ ਕੋਰਾਂ ਨੂੰ ਲਾਸ ਏਂਜਲਸ ਵਿੱਚ ਇੱਕ ਸਹੂਲਤ ਵਿੱਚ ਭੇਜਿਆ ਜਾਵੇਗਾ ਜਿੱਥੇ ਉਹਨਾਂ ਨੂੰ ਅੰਤਿਮ ਗੱਦਿਆਂ ਵਿੱਚ ਪ੍ਰੋਸੈਸ ਕੀਤਾ ਜਾਵੇਗਾ ਅਤੇ ਕੰਪਨੀ ਐਵੋਕਾਡੋ ਦੁਆਰਾ ਵੇਚਿਆ ਜਾਵੇਗਾ। ਪ੍ਰਮਾਣ ਪੱਤਰ ਇਹ ਕੋਰ ਫੈਕਟਰੀ, ਸੈਂਟਰੀਫਿਊਜ ਸਹੂਲਤ ਅਤੇ ਪੌਦੇ ਲਗਾਉਣ ਦੇ ਸਾਰੇ ਸਮੂਹ ਗਰੁੱਪ ਆਫ ਫੌਤਲੇਜ਼ ਦਾ ਹਿੱਸਾ ਹਨ, ਜੋ ਕਿ ਦੱਖਣੀ ਗੁਆਟੇਮਾਲਾ ਵਿੱਚ ਤਰਲ ਲੈਟੇਕਸ ਦੇ ਟਿਕਾਊ ਉਤਪਾਦਨ ਨੂੰ ਸਮਰਪਿਤ ਇੱਕ ਸਮੂਹ ਹੈ। ਕਰਿਸ਼ਚੀਅਨ ਕਲੋਜ਼ ਦੇ ਪਰਿਵਾਰ ਨੇ ਗੁਆਟੇਲਿੰਡਾ ਨੂੰ 50 ਸਾਲਾਂ ਤੋਂ ਚਲਾਇਆ ਹੈ, ਔਸਤ ਰਬੜ ਦੇ ਦਰੱਖਤ ਨਾਲੋਂ ਸਿਰਫ ਇੱਕ ਦਹਾਕਾ ਲੰਬਾ ਹੈ। ਕਾਮੇ ਗੁਆਟੇਲਿੰਡਾ ਦੇ 2000 ਏਕੜ ਰਬੜ ਦੇ ਰੁੱਖਾਂ ਦੀ ਦੇਖਭਾਲ ਕਰਦੇ ਹਨ। ਅਸੀਂ FSC ਪ੍ਰਮਾਣਿਤ ਹਾਂ। FSC ਦਾ ਅਰਥ ਹੈ ਫੋਰੈਸਟ ਸਟਿਊਅਰਡਸ਼ਿਪ ਕੌਂਸਲ। ਅਸਲ ਵਿੱਚ, ਤੁਹਾਡੇ ਕੋਲ ਕੋਈ ਬਾਲ ਮਜ਼ਦੂਰੀ ਨਹੀਂ ਹੋਣੀ ਚਾਹੀਦੀ, ਤੁਹਾਨੂੰ ਸਿਰਫ ਜੈਵਿਕ ਉਤਪਾਦਾਂ ਦੀ ਵਰਤੋਂ ਕਰਨੀ ਪਵੇਗੀ, ਤੁਹਾਨੂੰ ਆਪਣੇ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਪਵੇਗੀ। ਅਤੇ ਇਹ ਪ੍ਰਮਾਣਿਤ ਕਰਨ ਲਈ ਵੱਖੋ-ਵੱਖਰੀਆਂ ਚੀਜ਼ਾਂ ਹਨ ਕਿ ਤੁਸੀਂ ਟਿਕਾਊ ਹੋ। ਸੁਵਿਧਾਵਾਂ ਗਲੋਬਲ ਆਰਗੈਨਿਕ ਲੈਟੇਕਸ ਸਟੈਂਡਰਡ ਪ੍ਰਮਾਣਿਤ ਵੀ ਹਨ। ਲੇਬਲ ਰੱਖਣ ਵਾਲੇ ਉਤਪਾਦ 95% ਜਾਂ ਵੱਧ ਪ੍ਰਮਾਣਿਤ ਜੈਵਿਕ ਲੈਟੇਕਸ ਤੋਂ ਬਣਾਏ ਜਾਣੇ ਚਾਹੀਦੇ ਹਨ। ਇਹ ਪ੍ਰਮਾਣੀਕਰਨ ਅੰਤਮ ਉਤਪਾਦ ਵਿੱਚ ਮੁੱਲ ਜੋੜਦੇ ਹਨ ਅਤੇ, ਨਤੀਜੇ ਵਜੋਂ, ਕੀਮਤ ਟੈਗ ਵਿੱਚ 0 ਹੁੰਦੇ ਹਨ। ਕੁਦਰਤੀ ਲੈਟੇਕਸ ਉਦਯੋਗ 1900 ਦੇ ਦਹਾਕੇ ਦੇ ਸ਼ੁਰੂ ਵਿੱਚ ਆਟੋ ਉਦਯੋਗ ਵਿੱਚ ਵਾਧਾ ਦੇ ਕਾਰਨ ਰਬੜ ਦੀ ਮੰਗ ਨੇ ਦੱਖਣ ਪੂਰਬੀ ਏਸ਼ੀਆ ਅਤੇ ਮੱਧ ਅਤੇ ਦੱਖਣੀ ਅਮਰੀਕਾ ਵਰਗੀਆਂ ਥਾਵਾਂ ਤੇ ਪੌਦੇ ਲਗਾਉਣ ਦਾ ਕਾਰਨ ਬਣਾਇਆ। ਪਰ ਉਤਪਾਦਨ ਵਿੱਚ ਤੇਜ਼ੀ ਨਾਲ ਵਾਧੇ ਕਾਰਨ ਕੀਮਤਾਂ ਵਿੱਚ ਤੇਜ਼ੀ ਨਾਲ ਗਿਰਾਵਟ ਆਈ, ਜੋ ਅਕਸਰ ਇਹਨਾਂ ਜੰਗਲਾਂ ਵਿੱਚ ਮਜਬੂਰ ਸਵਦੇਸ਼ੀ ਆਬਾਦੀ ਨੂੰ ਕਈ ਵਾਰ ਹਿੰਸਾ ਦੇ ਅਧੀਨ ਕੰਮ ਕਰਨਾ ਪੈਂਦਾ ਹੈ। ਕੁਦਰਤੀ ਰਬੜ ਲਈ ਬਹੁਤ ਜ਼ਿਆਦਾ ਉਤਰਾਅ ਚੜ੍ਹਾਅ ਆਇਆ ਹੈ, ਆਮ ਤੌਰ ਤੇ ਆਟੋਮੋਬਾਈਲ ਦੀ ਮੰਗ ਦੇ ਨਾਲ ਮਿਲ ਕੇ ਅੱਗੇ ਵਧਦਾ ਹੈ। 2010 ਵਿੱਚ ਕੀਮਤ ਬਹੁਤ ਜ਼ਿਆਦਾ ਸੀ, ਇਸ ਲਈ ਬਹੁਤ ਸਾਰੇ ਲੋਕਾਂ ਨੇ ਰਬੜ ਲਗਾਉਣੇ ਸ਼ੁਰੂ ਕਰ ਦਿੱਤੇ। ਬਹੁਤ ਸਾਰੀ ਜ਼ਮੀਨ ਖਰੀਦਣੀ ਸ਼ੁਰੂ ਕਰ ਦਿੱਤੀ ਅਤੇ ਬਹੁਤ ਸਾਰਾ ਕਰਜ਼ਾ ਲੈਣਾ ਸ਼ੁਰੂ ਕਰ ਦਿੱਤਾ। ਪਿਛਲੇ 10 ਸਾਲਾਂ ਵਿੱਚ ਇਹ ਉਤਰਾਅ ਚੜ੍ਹਾ ਰਿਹਾ ਹੈ ਅਤੇ ਇਸ ਸਮੇਂ ਇਹ ਕੈਰੀਅਰ ਘੱਟ ਨਹੀਂ ਹੈ, ਪਰ ਮੈਂ ਕਹਾਂਗਾ ਕਿ ਰੂਸ ਅਤੇ ਯੂਕਰੇਨ ਵਿੱਚ ਸਾਰੇ ਯੁੱਧ ਅਤੇ ਚੀਨ ਵਿੱਚ ਲਗਾਈਆਂ ਗਈਆਂ ਸਾਰੀਆਂ ਪਾਬੰਦੀਆਂ ਅਤੇ ਚੀਨ ਵਿੱਚ ਉਤਪਾਦਨ ਦੀ ਕਮੀ ਦੇ ਕਾਰਨ ਇਸ ਸਮੇਂ ਬਹੁਤ ਘੱਟ ਕੀਮਤਾਂ ਹਨ। ਇਸ ਨੇ ਕੁਦਰਤੀ ਰਬੜ ਦੀ ਵਸਤੂ ਦੀ ਕੀਮਤ ਘਟਾ ਦਿੱਤੀ ਹੈ। ਇਹ ਇਸ ਤਰ੍ਹਾਂ ਦਾ ਸਮਾਂ ਹੈ ਕਿ ਪੌਦੇ ਲਗਾਉਣ ਵਾਲੇ ਕਰਮਚਾਰੀਆਂ ਨੂੰ ਸ਼ੋਸ਼ਣ ਦਾ ਸਭ ਤੋਂ ਵੱਧ ਜੋਖਮ ਹੁੰਦਾ ਹੈ, ਜੋ ਕਿ ਗੌਸ ਵਰਗੇ ਪ੍ਰਮਾਣੀਕਰਨ ਕੰਪਨੀਆਂ ਨੂੰ ਅਜਿਹਾ ਕਰਨ ਲਈ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਹਨ। 2021 ਵਿੱਚ ਗਲੋਬਲ ਲੈਟੇਕਸ ਮੈਟਰੇਸ ਮਾਰਕੀਟ ਦੀ ਕੀਮਤ $9.7 ਬਿਲੀਅਨ ਸੀ। 2030 ਤੱਕ ਇਹ ਸੰਖਿਆ ਦੁੱਗਣੀ ਹੋ ਕੇ ਲਗਭਗ $20 ਬਿਲੀਅਨ ਹੋ ਸਕਦੀ ਹੈ। ਪਰ ਗੱਦੇ ਦੇ ਅੰਤਮ ਕੀਮਤ ਟੈਗ ਨੂੰ ਜਾਇਜ਼ ਠਹਿਰਾਉਣ ਵਾਲੇ ਉੱਚ ਮਿਆਰਾਂ ਨੂੰ ਕਾਇਮ ਰੱਖਣਾ ਆਸਾਨ ਨਹੀਂ ਹੈ। ਰੁੱਖ ਲਗਾਉਣ ਦੇ ਸਾਡੇ ਇਤਿਹਾਸ ਵਿੱਚ ਹੈ, ਅਸੀਂ 2 ਜਾਂ 3 ਤੂਫਾਨਾਂ ਵਿੱਚੋਂ ਲੰਘੇ ਹਾਂ। ਜਦੋਂ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਹੈ, ਤੁਸੀਂ ਅਸਲ ਵਿੱਚ ਕੁਝ ਵੀ ਵਡੀਨਹੀਨ ਕਰ ਸਕਦੇ ਹੋ। ਤੁਸੀਂ ਟੈਪ ਨਹੀਂ ਕਰ ਸਕਦੇ, ਕਿਉਂਕਿ ਦਰੱਖਤ ਵਿੱਚੋਂ ਜੋ ਵੀ ਰਸ ਨਿਕਲਦਾ ਹੈ, ਉਹ ਧੋਣ ਲਈ ਬਦਲ ਜਾਂਦਾ ਹੈ। ਦੂਜੀ ਗੱਲ, ਇਹ ਸੜਕਾਂ ਨੂੰ ਤਬਾਹ ਕਰ ਦਿੰਦੀ ਹੈ, ਇਸ ਲਈ ਤੁਸੀਂ ਅਸਲ ਵਿੱਚ ਕੁਝ ਵੀ ਟਰਾਂਸਪੋਰਟ ਨਹੀਂ ਕਰ ਸਕਦੇ। ਅਤੇ ਤੀਜਾ, ਖੈਰ, ਜਦੋਂ ਨਦੀਆਂ ਵੱਧਦੀਆਂ ਹਨ ਤਾਂ ਲੋਕਾਂ ਨੂੰ ਬਹੁਤ ਦੁੱਖ ਹੁੰਦਾ ਹੈ ਅਤੇ ਉਹ ਕੰਮ ਤੇ ਨਹੀਂ ਜਾ ਸਕਦੇ ਕਿਉਂਕਿ ਹੜ੍ਹ ਆਇਆ ਹੋਇਆ ਸੀ। ਉਲਟ ਵੀ ਵਿਨਾਸ਼ਕਾਰੀ ਹੋ ਸਕਦਾ ਹੈ।
ਜੇ ਸੋਕਾ ਹੈ, ਜੇ ਇਹ ਬਹੁਤ ਸੁੱਕਾ ਹੈ, ਤਾਂ ਰਬੜ ਦੇ ਦਰੱਖਤ ਸਾਡੇ ਲਈ ਟੈਪ ਕਰਨ ਲਈ ਕਾਫੀ ਲੈਟੇਕਸ ਪੈਦਾ ਨਹੀਂ ਕਰ ਸਕਦੇ ਹਨ। ਗੈਰ ਨਿਯੰਤਰਿਤ ਪਲਾਂਟਾਂ ਤੇ ਕੰਮ ਕਰਨ ਵਾਲੇ ਕਾਮੇ ਅਣਮਨੁੱਖੀ ਹਾਲਤਾਂ ਵਿੱਚ ਕੰਮ ਕਰਦੇ ਹਨ, ਜਿਵੇਂ ਕਿ 12 ਘੰਟੇ ਦੇ ਦਿਨ, ਘੱਟੋ ਘੱਟ ਤਨਖਾਹ ਅਤੇ ਜ਼ਹਿਰੀਲੇ ਰਸਾਇਣਾਂ ਦਾ ਸਾਹਮਣਾ ਕਰ ਸਕਦੇ ਹਨ। ਕਿਉਂਕਿ ਅਸੀਂ ਪ੍ਰੀਮੀਅਮ ਪ੍ਰਾਪਤ ਕਰਨ ਦੇ ਚਾਹਵਾਨ ਹਾਂ, ਅਸੀਂ ਆਮ ਤੌਰ ਤੇ ਲਾਭਕਾਰੀ ਹੁੰਦੇ ਹਾਂ। ਇਸ ਲਈ ਅਸੀਂ ਆਪਣੇ ਵਰਕਰਾਂ ਦੀਆਂ ਨੌਕਰੀਆਂ ਨੂੰ ਰੱਖ ਸਕਦੇ ਹਾਂ, ਅਸੀਂ ਟੈਪ ਕਰਦੇ ਰਹਿ ਸਕਦੇ ਹਾਂ ਅਤੇ ਅਸੀਂ ਆਪਣੇ ਲੈਟੇਕਸ ਵਿੱਚ ਮੁੱਲ ਜੋੜਦੇ ਰਹਿ ਸਕਦੇ ਹਾਂ।